ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਹਰਪ੍ਰੀਤ ਸਿੰਘ ਚੜ੍ਹਦੀ ਕਲਾ ਸੇਵਾ ਟਰਸਟ ਤੋਂ ਆਪ ਜੀ ਦਾ ਹੋਸਟ। ਸਾਡੇ ਨਾਲ ਜੁੜ ਚੁੱਕੇ ਨੇ ਵੀਰ ਸੁਖਵਿੰਦਰ ਸਿੰਘ ਜੀ, ਵਾਈਸ ਪ੍ਰਿੰਸੀਪਲ ਦਸ਼ਮੇਸ਼ ਗੁਰਮਤਿ ਵਿਦਿਆਲਿਆ ਬਾਲਾ ਸਾਹਿਬ ਨਵੀਂ ਦਿੱਲੀ ਤੋਂ। ਵੀਰ ਜੀ, ਜੀ ਆਇਆਂ ਨੂੰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵੀਰ ਜੀ, ਪਿਛਲੇ ਦਿਨੀ ਜਿਹੜੀ ਅਸੀਂ ਚਰਚਾ ਕਰਕੇ ਆਏ ਆ ਪਿੱਛੇ ਅੰਮ੍ਰਿਤ ਸੰਚਾਰ ਬਾਰੇ, ਉਸ ਦੇ ਅੰਦਰ ਆਪ ਜੀ ਨੇ ਇੱਕ ਸਾਨੂੰ ਸਮਝਾਇਆ ਸੀ ਕਿ ਜੋ ਤਨਖਾਹ ਲਾਈ ਜਾਂਦੀ ਹੈ, ਤੇ ਜਿਹਦਾ ਅਰਥ ਵੀ ਆਪ ਜੀ ਨੇ ਸਮਝਾਇਆ ਸੀ। ਤਨਖਾਹ ਲਾਉਣ ਦਾ ਮਤਲਬ ਹੈ ਕਿ ਧਾਰਮਿਕ ਸਜ਼ਾ। ਉਹ ਵੀ ਵੈਸੇ ਸਾਡੇ ਜੋ ਰਹਿਤ ਮਰਿਆਦਾ ਉਹਦੇ ਅੰਦਰ ਲਿਖੀ ਹੋਈ ਹੈ, ਮਰਿਆਦਾ ਦੇ ਅੰਦਰ ਹੀ ਹੈ। ਕਿਸੇ ਵੀ ਚੀਜ਼ ਦੀ ਪਾਲਣਾ ਕਰਾਣੀ ਹੋਵੇ, ਕੋਈ ਵੀ ਸਰਕਾਰੀ ਕਾਨੂੰਨ ਹੋਵੇ, ਗੈਰ ਸਰਕਾਰੀ ਕਾਨੂੰਨ ਹੋਵੇ, ਜਾਂ ਘਰ ਦੇ ਅੰਦਰ ਬੱਚੇ ਦੇ ਅੰਦਰ ਅਗਰ ਅਸੀਂ ਪੜ੍ਹਾਉਂਦੇ ਹਾਂ ਤੇ ਉਹਦੇ ਨਿਯਮ ਨੇ। ਤੇ ਜੋ ਬੱਚਾ ਨਹੀਂ ਪੜ੍ਹਦਾ ਤੇ ਇੱਕ ਲੈਵਲ ਤੋਂ ਬਾਅਦ ਅਸੀਂ ਉਹਨੂੰ ਸਜ਼ਾ ਦਿੰਦੇ ਹਾਂ ਕਿਸੇ ਵੀ ਤਰ੍ਹਾਂ ਦੀ। ਇਸੇ ਤਰ੍ਹਾਂ ਸਾਡੇ ਧਰਮ ਨੇ ਵੀ ਇੱਕ ਸਜ਼ਾ ਮੁਕਰਰ ਕੀਤੀ ਹੋਈ ਹੈ, ਜਿਹਦੀ ਇੱਕ ਵਿਧੀ ਹੈ ਤਨਖਾਹ ਲਾਉਣਾ। ਵੀਰ ਜੀ, ਇਹ ਜਿਹੜੀ ਤਨਖਾਹ ਲਾਉਣ ਦੀ ਵਿਧੀ ਹੈ ਉਹ ਕੀ ਹੈ, ਉਹਦੇ ਬਾਰੇ ਥੋੜਾ ਜਿਹਾ ਚਾਨਣਾ ਪਾਓ। ਦੇਖੋ, ਇਹਦੇ ਚ ਤਨਖਾਹ ਲਾਉਣ ਦੀ ਵਿਧੀ ਵਿੱਚ ਸਿੱਖ ਰਹਿਤ ਮਰਿਆਦਾ ਵਿੱਚ ਬਿਲਕੁਲ ਸਾਫ਼ ਲਿਖਿਆ ਹੋਇਆ ਹੈ ਕਿ ਜਿਸ ਕਿਸੇ ਸਿੱਖ ਪਾਸੋਂ ਰਹਿਤ ਦੀ ਭੁੱਲ ਹੋ ਜਾਵੇ, ਜੋ ਰਹਿਤ ਪੰਜਾਂ ਪਿਆਰਿਆਂ ਵੱਲੋਂ ਦੱਸੀ ਗਈ, ਉਹਦੀ ਕੋਈ ਭੁੱਲ ਹੋ ਜਾਵੇ ਤਾਂ ਉਹ ਨੇੜੇ ਦੀ ਗੁਰ ਸੰਗਤ ਪਾਸ ਹਾਜ਼ਰ ਹੋਵੇ ਅਤੇ ਸੰਗਤ ਦੇ ਸਨਮੁਖ ਖੜੇ ਹੋ ਕੇ ਆਪਣੀ ਭੁੱਲ ਮੰਨੇ। ਉਹ ਨੇੜੇ ਦੀ ਸੰਗਤ ਪਾਸ ਜਾਏ, ਗੁਰਦੁਆਰਾ ਸਾਹਿਬ ਜਾਏ, ਉੱਥੇ ਸੰਗਤ ਪਾਸ ਆਪਣੀ ਭੁੱਲ ਜਿਹੜਾ ਹੈ ਉਹ ਮੰਨੇ, ਸਵੀਕਾਰ ਕਰੇ ਦਿਲੋਂ, ਮੇਰੇ ਪਾਸੋਂ ਇਹ ਭੁੱਲ ਹੋ ਗਈ ਹੈ। ਨੰਬਰ 2 ਤੇ ਗੁਰ ਸੰਗਤ ਵਿੱਚੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ 5 ਪਿਆਰੇ ਚੁਣੇ ਜਾਣ। ਫਿਰ ਸੰਗਤ ਵਿੱਚੋਂ 5 ਪਿਆਰਿਆਂ ਦੀ ਚੋਣ ਹੋਵੇ ਜਿਹੜੇ ਰਹਿਤ ਵੈਦ ਦੇ ਧਾਰਨੀ ਹੋਣ, ਤੇ ਜੋ ਪੇਸ਼ ਹੋਏ ਸੱਜਣ ਦੀ ਭੁੱਲ ਨੂੰ ਵਿਚਾਰ ਕੇ ਉਹਦੇ ਉੱਤੇ ਮੰਥਨ ਕਰਨ, ਵਿਚਾਰ ਕਰਨ ਵੀ ਇਹਨੇ ਗਲਤੀ ਕੀ ਕੀਤੀ ਹੈ, ਭੁੱਲ ਕੀ ਕੀਤੀ ਹੈ। ਗੁਰ ਸੰਗਤ ਪਾਸ ਤਨਖਾਹ ਦੰਡ ਤਜਵੀਜ਼ ਕਰਨ। ਫਿਰ ਉਹ ਸੰਗਤ ਦੀ ਬੇਨਤੀ ਉੱਪਰ ਵਿਸਥਾਰ ਸਹਿਤ ਵਿਚਾਰ ਚਰਚਾ ਹੋਏਗੀ। 5 ਪਿਆਰੇ ਤਿਆਰ ਪਰ ਤਿਆਰ ਸਿੰਘ ਚੁਣੇ ਜਾਣਗੇ ਜੋ ਅਲੱਗ ਹੋ ਕੇ ਭੁੱਲ ਵਿਚਾਰਨਗੇ ਕਿ ਇਹਨੇ ਇਹ ਭੁੱਲ ਕੀਤੀ, ਆਪਸ ਵਿੱਚ ਰਾਏ ਮਸ਼ਵਰਾ ਕਰਨਗੇ। ਕਿਸੇ ਉਸ ਪਾਸੋਂ ਇਹ ਭੁੱਲ ਮਜਬੂਰੀ ਵਸ ਹੋਈ ਹੈ, ਜਾਣ ਬੁੱਝ ਕੇ ਕੀਤੀ ਹੈ, ਇਹਨਾਂ ਸਾਰੇ ਪਹਿਲੂਆਂ ਤੇ ਗੱਲ ਹੋਏਗੀ। ਰਹਿਤ ਮਰਿਆਦਾ ਵਿਰੁੱਧ ਦੋਸ਼ੀ ਪਾਇਆ ਜਾਵੇ ਜਾਂ 5 ਪਿਆਰੇ ਉਸ ਨੂੰ ਪ੍ਰਤੀ ਤਨਖਾਹ ਦੰਡ ਸੰਗਤ ਪਾਸ ਤਜਵੀਜ਼ ਕਰਨਗੇ ਇਹਨਾਂ ਸਾਰੇ ਦੋਸ਼ਾਂ ਦੇ। ਫਿਰ ਸੰਗਤ ਨੂੰ ਬਖਸ਼ਣ ਵੇਲੇ ਹਟ ਨਹੀਂ ਕਰਨਾ। ਜੋ ਧਾਰਮਿਕ ਸਜ਼ਾ ਹੈ, ਜੋ ਤਨਖਾਹ ਹੈ, ਉਸ ਵੇਲੇ ਦੇਖੋ ਬਖਸ਼ਣ ਵਾਲੇ ਹਟ ਨਹੀਂ ਕਰਨਾ ਵੀ ਨਹੀਂ ਇਹਨੂੰ ਬਖਸ਼ਣਾ ਹੀ ਨਹੀਂ, ਐਸਾ ਕੁਝ ਨਹੀਂ ਹੈ, ਹਟ ਨਹੀਂ ਕਰਨਾ ਹੈਗਾ, ਠੀਕ ਹੈ, ਬਖਸ਼ਿਆ ਜਾ ਸਕਦਾ ਹੈ। ਤੇ ਨਾ ਹੀ ਤਨਖਾਹ ਲਾਉਣ ਵੇਲੇ ਦੰਡ ਭਰਨ ਦੀ ਕੋਈ ਅੜੀ ਕਰਨੀ ਚਾਹੀਦੀ ਹੈ ਕਿ ਜੋ ਵੀ ਉਹਨੂੰ ਹੱਥੀਂ ਸੇਵਾ ਲਾਈ ਜਾ ਰਹੀ ਹੈ ਜਾਂ ਮਾਇਕ ਦੰਡ ਵੀ ਲਾਇਆ ਜਾ ਰਿਹਾ, ਉਹਦੀ ਹੈਸੀਅਤ ਨੂੰ ਮੁੱਖ ਰੱਖ ਕੇ। ਇਹ ਨਾ ਹੋਵੇ ਭਾਈ ਉਹ ਤੇ 5000 ਦੀ ਜਿਹੜੀ ਸੇਵਾ ਹੈ ਉਹ ਪਰਚੀ ਕਟਾ ਸਕਦਾ ਹੈ ਤੇ ਤੁਸੀਂ ਉਹਨੂੰ ਲਾ ਦਿੱਤਾ 50,000 ਤੇ ਉਹ ਵਿਚਾਰਾ ਗਰੀਬ ਹੈ, ਉਹ ਦੇ ਹੀ ਨਾ ਸਕਦਾ ਹੋਵੇ। ਤੇ ਦੂਜਾ ਉਹਦੇ ਸਰੀਰਕ ਬਲ ਹੈ। ਹੁਣ ਸਰੀਰਕ ਬਲ ਹੈ ਵੀ ਲੈਂਟਰ ਕਿਤੇ ਪੈ ਰਿਹਾ, ਕਾਰ ਸੇਵਾ ਹੋ ਰਹੀ ਹੈ, ਉਹ 10 ਬੱਠਲ ਚੁੱਕ ਸਕਦਾ ਹੈ, ਤੀਜੀ ਮੰਜ਼ਿਲ ਤੇ ਲਿਜਾ ਸਕਦਾ ਹੈ। ਤੁਸੀਂ ਉਹਨੂੰ ਸੇਵਾ ਲਾ ਦਿੱਤੀ ਵੀ ਤੂੰ ਦਿਹਾੜੀ ਵਿੱਚ 100 ਬੱਠਲ ਜਿਹੜਾ ਸੁੱਟਣੇ, ਇਹ ਤੇ ਉਹਦਾ ਸਰੀਰਕ ਬਲ ਹੈ ਨਾ ਵੀ ਉਹ ਕਿੰਨਾ ਕੁ ਚੁੱਕ ਸਕਦਾ ਹੈ। ਸਾਰੀਆਂ ਗੱਲਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਅੜੀ ਨਹੀਂ ਕਰਨੀ ਹੈਗੀ। ਕਹਿਣ ਤੋਂ ਮੁਰਾਦ ਹੈ ਸਜ਼ਾ ਦੇਣ ਲੱਗਿਆ ਵੀ ਤਨਖਾਹ ਕਿਸੇ ਕਿਸਮ ਦੀ ਸੇਵਾ ਖਾਸ ਕਰਕੇ ਜੋ ਹੱਥਾਂ ਨਾਲ ਕੀਤੀ ਜਾ ਸਕੇ ਲਾਉਣੀ ਚਾਹੀਦੀ ਹੈ, ਜਿਵੇਂ ਝਾੜੂ ਇਤਿਆਦਿਕ ਦੀ, ਭਾਂਡੇ ਮਾਂਜਣ ਦੀ। ਤੇ ਸਾਡੇ ਸਾਹਮਣੇ ਪੁਰਾਤਨ ਇਤਿਹਾਸ ਵੀ ਹੈ, ਬਹੁਤ ਲੋਕਾਂ ਨੂੰ ਸਜ਼ਾਵਾਂ ਤਨਖਾਹਾਂ ਮਿਲੀਆਂ ਨੇ, ਲੱਗੀਆਂ ਨੇ ਗੁਰੂ ਪੰਥ ਵੱਲੋਂ, 5 ਪਿਆਰਿਆਂ ਵੱਲੋਂ, ਪਰ ਉਹ ਸਿਰਫ ਇੰਨਾ ਹੀ ਹੈ ਕਿ ਝਾੜੂ ਲਾਉਣਾ ਹੈਗਾ ਜਾਂ ਸਹਿਜ ਪਾਠ ਸਾਹਿਬ ਆਪ ਕਰਨਾ ਹੈਗਾ ਜਾਂ ਕਿਸੇ ਯੋਗ ਪਾਠੀ ਕੋਲੋਂ ਕਰਾਉਣਾ ਤੇ ਸੁਣਨਾ ਹੈਗਾ ਸਾਰਾ। ਸੋ ਇਹ ਗੱਲ ਇਹ ਹੈ ਕਿ ਇਹ ਧਿਆਨ ਵਿੱਚ ਰੱਖਣਾ ਹੈ ਕਿ ਗੁਰੂ ਸਾਹਿਬ ਜੀ ਦਾ ਜੋ ਉਪਦੇਸ਼ ਹੈ, ਗੱਲ ਤਾਂ ਇਹ ਹੈ ਕਿ ਵੀ ਜੋ ਧਾਰਮਿਕ ਸਜ਼ਾ ਲੱਗੀ ਜਾ ਰਹੀ ਹੈ ਉਹਨੂੰ ਅਹਿਸਾਸ ਹੋ ਜਾਏ ਆਪਣੀ ਭੁੱਲ ਦਾ ਤੇ ਮੁੜ ਕੇ ਉਹਨੂੰ ਸ਼ਾਮਲ ਕੀਤਾ ਜਾਏ। ਕਿਉਂਕਿ ਗੁਰੂ ਸਾਹਿਬ ਕਹਿੰਦੇ ਨੇ ਭੁੱਲਣ ਅੰਦਰ ਸਭ ਕੋ ਅਭੁੱਲ ਗੁਰੂ ਕਰਤਾਰ, ਨਾਨਕ ਸਤਿਗੁਰ ਐਸਾ ਜਾਣੀਐ ਜੋ ਸਭ ਸਹਿ ਲਏ ਮਿਲਾਏ ਜੀ।
ਸੋ ਭੁੱਲ ਤਾਂ ਕਿਸੇ ਪਾਸੋਂ ਵੀ ਹੋ ਸਕਦੀ ਹੈ। ਆ ਭੁੱਲ ਕੌਣ ਹੈ? ਆ ਭੁੱਲ ਗੁਰੂ ਕਰਤਾਰ, ਗੁਰੂ ਅਤੇ ਕਰਤਾਰ ਅਭੁੱਲ ਨੇ। ਬਾਕੀ ਤਾਂ ਸਾਰਾ ਕੋਈ ਭੁੱਲ ਸਕਦਾ ਹੈ, ਕਿਸੇ ਕੋਲੋਂ ਵੀ ਗਲਤੀ ਹੋ ਸਕਦੀ ਹੈ। ਸੋ ਗੁਰੂ ਪਾਤਸ਼ਾਹ ਤਾਂ ਇਹੋ ਜਿਹੇ ਨੇ ਜੋ ਸਭ ਨੂੰ ਆਪਣੇ ਨਾਲ ਮਿਲਾ ਲੈਂਦੇ ਨੇ। ਪਿਛਲੇ ਅਵਗੁਣ ਬਖਸ਼ ਲਏ ਪ੍ਰਭ ਆਗੇ ਮਾਰਗ ਭਾਵ, ਅੱਗੇ ਤੋਂ ਸਿੱਧੇ ਰਸਤੇ ਤੇ ਤੋਰ ਲੈਂਦੇ ਨੇ, ਅੱਗੇ ਤੋਂ ਜਿਹੜਾ ਉਹਨੂੰ ਸਾਵਧਾਨ ਕਰ ਦਿੰਦੇ ਨੇ। ਸੋ ਅੰਤ ਸੋਧ ਦੀ ਅਰਦਾਸ ਹੋਵੇ, ਫਿਰ ਉਹਦੀ ਜਿਹੜਾ ਉਹਨੇ ਸਜ਼ਾ ਭੁਗਤ ਲਈ ਹੈ ਤੇ ਸਜ਼ਾ ਪੂਰੀ ਕਰਕੇ ਜੋ ਉਹਨੂੰ ਸੇਵਾ ਲਾਈ ਗਈ ਪੰਥ ਵੱਲੋਂ, ਉਹ ਫਿਰ ਸੰਗਤ ਵਿੱਚ ਹਾਜ਼ਰ ਹੋਏਗਾ ਪੰਜਾਂ ਪਿਆਰਿਆਂ ਦੇ ਸਾਹਮਣੇ। ਫਿਰ ਉਹਦੀ ਅਰਦਾਸਾ ਸੋਧਿਆ ਜਾਵੇ ਤੇ ਉਹਨੂੰ ਅਰਦਾਸ ਸੋਧ ਕੇ ਦੇਗ ਕਰਾ ਕੇ ਹੁਕਮਨਾਮਾ ਲੈ ਕੇ ਫਿਰ ਉਹਨੂੰ ਬਖਸ਼ ਦਿੱਤਾ ਜਾਂਦਾ ਹੈਗਾ। ਤੇ ਸਤਿਗੁਰੂ ਦੇ ਬਾਰੇ ਇਹ ਕਿਹਾ ਜਾਂਦਾ ਹੈਗਾ, ਗੁਰਬਾਣੀ ਕਹਿੰਦੀ ਹੈ ਵੀ ਸਤਿਗੁਰ ਨਿਰਵੈਰ ਪੁੱਤਰ ਸਤਰ ਸਮਾਨੇ ਅਵਗੁਣ ਕੱਟੇ ਕਰੇ ਸੁਧ ਦੇਹਾ। ਸਤਿਗੁਰੂ ਤਾਂ ਨਿਰਵੈਰ ਹੈ, ਕਿਸੇ ਨਾਲ ਵੈਰ ਨਹੀਂ ਰੱਖਦੇ, ਉਹ ਅਵਗੁਣ ਕੱਟ ਦਿੰਦੇ ਨੇ। ਇਹ ਤਾਂ ਦੇਖੋ ਬਾਣੀ ਕਹਿੰਦੀ ਹੈ ਸੁਤ ਅਪਰਾਧ ਕਰਤ ਹੈ ਜੇਤੇ ਜਨਨੀ ਚੀਤ ਨ ਰਾਖਸ ਤੇਤੇ। ਸੋ ਬੱਚੇ ਗਲਤੀਆਂ ਕਰਦੇ ਨੇ ਪਰ ਮਾਂ ਉਹਨਾਂ ਨੂੰ ਯੋਗ ਸਜ਼ਾ ਦੇ ਕੇ ਫਿਰ ਬਖਸ਼ ਦਿੰਦੀ ਹੈਗੀ। ਇਸੇ ਤਰ੍ਹਾਂ ਸਾਡਾ ਸਤਿਗੁਰੂ ਹੈਗਾ, ਗੁਰ ਪੂਰਾ ਨਿਰਵੈਰ ਹੈ, ਨਿੰਦਕ ਦੋਖੀ ਬੇਮੁਖ ਤਾਰੇ। ਭਾਈ ਗੁਰਦਾਸ ਜੀ ਕਹਿੰਦੇ ਨੇ ਕਿ ਗੁਰੂ ਪਾਤਸ਼ਾਹ ਜੀ ਇਸ ਤਰ੍ਹਾਂ ਬਖਸ਼ ਦਿੰਦੇ ਨੇ। ਸੋ ਇਹ ਸੀ ਜਿਹੜਾ ਹੈ ਤਨਖਾਹ ਲਾਉਣ ਦੀ ਵਿਧੀ, ਜਿਸ ਨੂੰ ਅਸੀਂ ਧਾਰਮਿਕ ਸਜ਼ਾ ਵਜੋਂ ਆਖਦੇ ਹੈਗੇ। ਹਾਂਜੀ ਵੀਰ ਜੀ, ਜੋ ਇੱਕ ਅੱਖਰ ਆਂਦਾ ਹੈ ਇਸ ਦੇ ਅੰਦਰ ਰਹਿਤ ਮਰਿਆਦਾ ਦੇ ਅੰਦਰ ਗੁਰਮੱਤਾ, ਗੁਰਮੱਤਾ ਦੇ ਜੋ ਅਖਰੀ ਭਾਵ ਨੇ ਇਹ ਕੀ ਨੇ, ਤੇ ਗੁਰਮੱਤਾ ਕਰਨ ਦੀ ਜੋ ਵਿਧੀ ਹੈ ਪੰਥ ਦੇ ਅੰਦਰ ਉਹ ਕੀ ਹੈ? ਹਾਂ, ਗੁਰਮੱਤਾ ਬਾਰੇ ਵੀ ਜਿਹੜਾ ਹੈ ਉਹ ਰਹਿਤ ਮਰਿਆਦਾ ਵਿੱਚ ਲਿਖਿਆ ਹੋਇਆ ਅਖੀਰ ਤੇ ਇਹ ਲਿਖਿਆ ਹੋਇਆ ਜੀ ਊੜਾ ਭਾਗ ਦੇ ਵਿੱਚ ਕਿ ਗੁਰਮੱਤਾ ਕਰਨ ਦੀ ਵਿਧੀ ਕੀ ਹੈ। ਗੁਰਮੱਤਾ ਕੇਵਲ ਉਹਨਾਂ ਸਵਾਲਾਂ ਤੇ ਹੀ ਹੋ ਸਕਦਾ ਹੈ ਜੋ ਸਿੱਖ ਧਰਮ ਦੇ ਮੁੱਢਲੇ ਅਸੂਲਾਂ ਦੀ ਪੁਸ਼ਟੀ ਲਈ ਹੋਵੇ। ਠੀਕ ਹੈ, ਅਰਥਾਤ ਗੁਰੂ ਸਾਹਿਬਾਨ ਜਾਂ ਗੁਰੂ ਗ੍ਰੰਥ ਸਾਹਿਬ ਦੀ ਪਦਵੀ, ਬੀੜ ਦੀ ਨਿਰੋਲਤਾ, ਅੰਮ੍ਰਿਤ, ਰਹਿਤ ਵੈਤ, ਪੰਥ ਦੀ ਬਣਾਵਟ ਆਦਿ ਨੂੰ ਕਾਇਮ ਰੱਖਣ ਬਾਬਤ ਹੋਰ ਕਿਸੇ ਕਿਸਮ ਦੇ ਸਾਧਾਰਨ ਜਿਵੇਂ ਧਾਰਮਿਕ ਹੈ, ਵਿਦਿਅਕ ਹੈ, ਸਮਾਜਿਕ ਹੈ, ਪੋਲੀਟੀਕਲ ਹੈ ਸਵਾਲਾਂ ਉੱਤੇ ਕੇਵਲ ਮਤਾ ਹੋ ਸਕਦਾ ਹੈ ਜਦੋਂ ਪੰਜ ਸਿੰਘ ਬੈਠ ਕੇ ਜਾਂ ਪੰਥ ਬੈਠ ਕੇ ਕੋਈ ਫੈਸਲਾ ਕਰਦਾ ਹੈਗਾ। ਸੋ ਗੁਰਮਤਾ ਕੇਵਲ ਗੁਰੂ ਸਾਹਿਬਾਨ ਦੇ ਜੀਵਨ ਬਾਰੇ ਕੋਈ ਚਰਚਾ ਕਰਨੀ ਹੈ, ਕੋਈ ਫੈਸਲਾ ਲੈਣਾ ਹੈ, ਗੁਰੂ ਗ੍ਰੰਥ ਸਾਹਿਬ ਦੀ ਬੀੜ ਜਾਂ ਅੰਮ੍ਰਿਤ ਦੇ ਬਾਰੇ, ਰਹਿਤ ਬੈਤ ਬਾਰੇ, ਇਹ ਗੁਰਮਤਾ ਹੈ। ਤੇ ਮਤਾ ਜਿਹੜਾ ਹੈਗਾ ਉਹ ਹੈ ਕੋਈ ਧਾਰਮਿਕ ਜਿਹੜਾ ਹੈਗਾ ਸਵਾਲ ਆ ਗਿਆ ਹੈਗਾ ਉਹਦੇ ਉੱਤੇ ਚਰਚਾ ਕਰਨੀ ਹੈ ਜਾਂ ਕਿਸੇ ਸੰਗਤ ਨੂੰ ਜਵਾਬ ਦੇਣਾ ਹੈ, ਵਿਦਿਅਕ ਜਾਂ ਸਮਾਜਿਕ ਜਾਂ ਪੋਲੀਟੀਕਲ ਰਾਜਨੀਤਿਕ ਕਈ ਵਾਰ ਆ ਜਾਂਦੇ ਹੈਗੇ ਸਵਾਲ, ਉਹਨਾਂ ਉੱਤੇ ਮਤਾ ਹੋ ਸਕਦਾ ਹੈਗਾ। ਤੇ ਇਹ ਗੁਰਮਤਾ ਕੌਣ ਕਰ ਸਕਦਾ? ਇਹ ਗੁਰਮਤਾ ਗੁਰੂ ਪੰਥ ਦਾ ਚੁਣਿਆ ਹੋਇਆ ਕੇਵਲ ਸ਼੍ਰੋਮਣੀ ਜੱਥਾ ਜਾਂ ਗੁਰੂ ਪੰਥ ਦਾ ਪ੍ਰਤੀਨਿਧ ਇਕੱਠ ਹੀ ਕਰ ਸਕਦਾ ਹੈ। ਕਿਸੇ ਇੱਕ ਵਿਅਕਤੀ ਕੋਲ ਨਹੀਂ ਇਹ ਪਾਵਰ, ਇਹ ਸਰਬੱਤ ਖਾਲਸੇ ਕੋਲ ਪਾਵਰ ਹੈਗੀ ਹੈ। ਸਰਬੱਤ ਖਾਲਸਾ ਇਕੱਠਾ ਹੋਏਗਾ ਤਾਂ ਜਿਹੜਾ ਹੈ ਉਹ ਕੋਈ ਫੈਸਲਾ ਹੋ ਸਕਦਾ ਹੈ, ਜਾਂ ਪੰਜ ਸਿੰਘ ਜਿਹੜੇ ਨੇ ਉਹ ਗੁਰਮਤਾ ਕਰ ਸਕਦੇ ਨੇ, ਜਿਹਨੂੰ ਜਿਹੜਾ ਰਹਿਤਨਾਮੇ 'ਚ ਲਿਖਿਆ ਪਾਂਚ ਸਿੰਘ ਮਿਲ ਕਰ ਰਹਿਤ ਵਿਵੇਕ ਕਾ ਗੁਰਮਤਾ ਕਰੇ। ਭਾਈ ਦਇਆ ਸਿੰਘ ਦੇ ਰਹਿਤਨਾਮੇ ਵਿੱਚ ਇਹ ਮਿਲਦਾ ਹੈਗਾ। ਸੋ ਇਹ ਹੈ ਗੁਰਮਤਾ ਕਰਨ ਦੀ ਵਿਧੀ ਜੋ ਇਹਦੇ ਵਿੱਚ ਲਿਖੀ ਹੋਈ ਹੈ ਰਹਿਤ ਮਰਿਆਦਾ ਵਿੱਚ। ਹਾਂ ਵੀਰ ਜੀ, ਜੋ ਸਥਾਨਕ ਫੈਸਲੇ ਹੈਗੇ ਨੇ ਇਹਨਾਂ ਦੀ ਜੋ ਅਪੀਲ ਹੈਗੀ ਹੈ ਉਹ ਕਿੱਥੇ ਕੀਤੀ ਜਾ ਸਕਦੀ ਹੈ? ਇਹ ਰਹਿਤ ਮਰਿਆਦਾ ਦੇ ਜਿਹੜਾ ਹੈ ਸਭ ਤੋਂ ਅਖੀਰਲਾ ਪੁਆਇੰਟ ਹੈ ਪੰਥਕ ਰਹਿਣੀ ਦਾ, ਪੰਜਵਾਂ ਪੁਆਇੰਟ ਹੈ। ਪੰਥਕ ਰਹਿਣੀ ਹੇਠ 5 ਪੁਆਇੰਟ ਆਏ, ਇਹ ਪੰਜਵਾਂ ਪੁਆਇੰਟ ਹੈ ਸਥਾਨਕ ਫੈਸਲਿਆਂ ਦੀ ਅਪੀਲ। ਉਹ ਕਿੱਥੇ ਕੀਤੀ ਜਾ ਸਕਦੀ ਹੈ? ਇਹ ਸਥਾਨਕ ਗੁਰਸੰਗਤ ਦੇ ਫੈਸਲਿਆਂ ਦੀ ਅਪੀਲ ਸ੍ਰੀ ਅਕਾਲ ਤਖਤ ਸਾਹਿਬ ਪਾਸ ਹੋ ਸਕਦੀ ਹੈ। ਸਿੱਖਾਂ ਦੀ ਜੋ ਸੁਪਰੀਮ ਪਾਵਰ ਹੈ, ਸਿੱਖਾਂ ਦੇ 5 ਤਖਤਾਂ ਵਿੱਚੋਂ ਜੋ ਸ਼੍ਰੋਮਣੀ ਤਖਤ ਹੈ ਉਹ ਹੈ ਅਕਾਲ ਤਖਤ ਸਾਹਿਬ। ਸੋ ਅਕਾਲ ਤਖਤ ਸਾਹਿਬ ਉੱਤੇ ਅਸੀਂ ਜਿਹੜਾ ਹੈ ਉਹ ਕਿਸੇ ਵੀ ਤਰੀਕੇ ਦੇ ਧਾਰਮਿਕ, ਰਾਜਨੀਤਿਕ
ਜਾਂ ਪ੍ਰਬੰਧਕੀ ਆਦਿ ਮੁੱਦੇ ਦੇ ਵਿਵਾਦ ਹੋ ਜਾਂਦਾ ਹੈ ਜਿਵੇਂ ਆਪਸ ਵਿੱਚ, ਤਾਂ ਇਹ ਜ਼ਰੂਰੀ ਹੈ ਕਿ ਉਸ ਨੂੰ ਸਥਾਨਕ ਪੱਧਰ ਤੇ ਹੀ ਹੱਲ ਕਰ ਲਿਆ ਜਾਏ। ਪਹਿਲਾਂ ਕੋਸ਼ਿਸ਼ ਕਰਨੀ ਚਾਹੀਦੀ ਹੈ ਵੀ ਕਿਸੇ ਵੀ ਤਰੀਕੇ ਦਾ, ਭਾਵੇਂ ਧਾਰਮਿਕ ਮੁੱਦਾ ਹੈ ਜਾਂ ਧਾਰਮਿਕ ਜਾਂ ਪ੍ਰਬੰਧਕੀ ਕਮੇਟੀਆਂ ਵਿੱਚ ਆਪਸ ਵਿੱਚ ਹੋ ਜਾਂਦਾ ਹੈ, ਤੇ ਉਹ ਆਪਸ ਵਿੱਚ ਪਹਿਲਾਂ ਨਿਬੜੀਏ। ਜੇ ਨਹੀਂ ਹੋ ਸਕਿਆ ਹੱਲ ਤਾਂ ਪਰ ਆਪਸੀ ਬੇਵਿਸ਼ਵਾਸੀ ਕਾਰਨ ਅਜਿਹਾ ਨਾ ਹੋ ਸਕੇ ਵੀ ਇੱਕ ਦੂਜੇ ਤੇ ਇਤਬਾਰ ਹੀ ਨਹੀਂ ਹੈਗਾ, ਫੈਸਲਾ ਨਹੀਂ ਹੋ ਪਾ ਰਿਹਾ, ਤਾਂ ਫਿਰ ਅਕਾਲ ਤਖਤ ਸਾਹਿਬ ਜਾ ਕੇ ਅਪੀਲ ਕੀਤੀ ਜਾਏ। ਅਕਾਲ ਤਖਤ ਸਾਹਿਬ ਸਾਡੀ ਸੁਪਰੀਮ ਪਾਵਰ ਹੈ, ਉੱਥੇ ਜਾ ਕੇ ਤੁਸੀਂ ਅਪੀਲ ਪਾ ਸਕਦੇ ਹੋ ਆਪਣੀ। ਇੱਥੇ ਇਹ ਧਿਆਨ ਰਹੇ ਕਿ ਅਕਾਲ ਤਖਤ ਸਾਹਿਬ ਤੋਂ 5 ਪਿਆਰਿਆਂ ਵੱਲੋਂ ਲਿਆ ਗਿਆ ਫੈਸਲਾ, ਹੁਣ ਜੇ ਤੁਹਾਡਾ ਮਸਲਾ ਅਕਾਲ ਤਖਤ ਤੇ ਪੁੱਜ ਗਿਆ ਤੇ ਉਹਨਾਂ ਨੇ ਜੋ ਫੈਸਲਾ ਲਿਆ ਦੋਨਾਂ ਧਿਰਾਂ ਵਾਸਤੇ ਜਾਂ ਤਿੰਨਾਂ ਧਿਰਾਂ ਵਾਸਤੇ ਜਾਂ ਚੌਹਾਂ ਧਿਰਾਂ ਵਾਸਤੇ ਜਿਨ੍ਹਾਂ ਨੇ ਅਪੀਲ ਕੀਤੀ, ਜੋ 5 ਪਿਆਰਿਆਂ ਨੇ ਫੈਸਲਾ ਲਿਆ ਪੰਥਕ ਫੈਸਲਾ ਮੰਨਣ ਲਈ, ਇਹ ਹੁਣ ਪੰਥਕ ਫੈਸਲਾ ਹੋ ਗਿਆ ਤੇ ਮੰਨਣ ਵਾਸਤੇ ਸਾਰੀਆਂ ਧਿਰਾਂ ਨੂੰ ਤਿਆਰ ਰਹਿਣਾ ਚਾਹੀਦਾ ਹੈ। ਠੀਕ ਹੈ, ਸੋ ਸੰਬੰਧਿਤ ਧਿਰਾਂ ਹਰ ਹਾਲਤ ਵਿੱਚ ਪਾਬੰਦ ਹੋਣਗੀਆਂ ਕਿ ਅਕਾਲ ਤਖਤ ਦਾ ਫੈਸਲਾ ਉਹ ਮੰਨਣਾ ਹੀ ਪਏਗਾ। ਜੋ ਇਸ ਦਾ ਉਲੰਘਣਾ ਕਰੇਗਾ ਉਹ ਗੁਰੂ ਪੰਥ ਪ੍ਰਤੀ ਜਵਾਬਦੇਹ ਹੋਵੇਗਾ। ਜੇ ਤੁਸੀਂ ਅਕਾਲ ਤਖਤ ਦਾ ਫੈਸਲਾ ਨਹੀਂ ਲਿਆ ਫਿਰ ਤੁਹਾਨੂੰ ਪੰਥ ਪ੍ਰਤੀ ਜਵਾਬਦੇਹ ਹੋਣਾ ਪਏਗਾ। ਸੋ ਅਸੀਂ ਕਹਿ ਸਕਦੇ ਹਾਂ ਕਿ ਸਾਡੇ ਸਥਾਨਕ ਫੈਸਲਿਆਂ ਦੀ ਅਪੀਲ ਜਿਹੜੀ ਹੈ ਉਹ ਅਕਾਲ ਤਖਤ ਸਾਹਿਬ ਕੀਤੀ ਜਾ ਸਕਦੀ ਹੈ। ਸੋ ਇਹ ਰਹਿਤ ਮਰਿਆਦਾ ਦਾ ਅਖੀਰਲਾ ਪੁਆਇੰਟ ਸੀਗਾ। ਗੁਰੂ ਪੰਥ ਕੋਲ ਅਕਾਲ ਤਖਤ ਸਾਹਿਬ ਵਰਗੀ ਸਰਮੌਰ ਹਸਤੀ ਹੈਗੀ ਹੈ ਤੇ ਅਕਾਲ ਤਖਤ ਸਾਹਿਬ ਜਿਹੜਾ ਹੈ ਉਹ ਸਾਡੀ ਇੱਕ ਸੰਸਥਾ ਹੈਗੀ ਹੈ ਜੋ ਕਿ ਸਿੱਖ ਪੰਥ ਜਿਹੜਾ ਉਸ ਉੱਤੇ ਮਾਣ ਕਰਦਾ ਹੈਗਾ। ਸੋ ਅਕਾਲ ਤਖਤ ਸਾਹਿਬ ਤੋਂ ਪੰਥ ਪ੍ਰਮਾਣਿਤ ਜੋ ਰਹਿਤ ਮਰਿਆਦਾ ਹੈ ਉਹ ਸਾਰੇ ਹੀ ਸਿੱਖਾਂ ਤੇ ਲਾਗੂ ਹੈ। ਮੈਂ ਆਪ ਜੀ ਦੇ ਚੈਨਲ ਦੇ ਮਾਧਿਅਮ ਰਾਹੀਂ ਇਹ ਬੇਨਤੀ ਕਰਾਂਗਾ ਕਿ ਇਸ ਪੰਥ ਪ੍ਰਮਾਣਿਤ ਰਹਿਤ ਮਰਿਆਦਾ ਨੂੰ ਪਹਿਲਾਂ ਆਪ ਪੜ੍ਹੋ, ਫਿਰ ਇਸ ਨੂੰ ਜੀਵਨ ਵਿੱਚ ਲਾਗੂ ਕਰੋ, ਆਪਣੇ ਬੱਚਿਆਂ ਨੂੰ ਪੜ੍ਹਾਓ, ਤਾਂ ਕਿ ਸਿੱਖ ਦਾ ਜਨਮ ਤੋਂ ਲੈ ਕੇ ਮਰਨ ਤੱਕ ਜੋ ਸੰਸਕਾਰ ਇਹਦੇ ਵਿੱਚ ਦੱਸੇ ਨੇ, ਨਿਯਮ ਦੱਸੇ ਨੇ, ਉਸ ਤਰ੍ਹਾਂ ਦੀ ਰਹਿਣੀ ਬਹਿਣੀ ਸਿੱਖ ਨੇ ਜੀਣੀ ਹੈ, ਸਖਸ਼ੀ ਅਤੇ ਪੰਥਕ ਰਹਿਣੀ। ਤਾਂ ਸਾਡੇ ਕੋਲੋਂ ਇਹ ਨਿੱਕਾ ਜਿਹਾ ਛੋਟਾ ਜਿਹਾ ਯਤਨ ਹੋਇਆ ਹੈਗਾ ਰਹਿਤ ਮਰਿਆਦਾ ਦੀ ਵਿਚਾਰ ਆਪ ਸੰਗਤਾਂ ਤੱਕ ਪਹੁੰਚਾਉਣ ਦੇ। ਤੇ ਇਸ ਰਹਿਤ ਮਰਿਆਦਾ ਦੀ ਵਿਚਾਰ ਕਰਨ ਦੌਰਾਨ ਅਸੀਂ ਜਾਣਦੇ ਹਾਂ ਕਿ ਬੇਅੰਤ ਭੁੱਲਾਂ ਹੋ ਜਾਣੀਆਂ ਸੁਭਾਵਿਕ ਜੀ ਗੱਲ ਹੈ। ਕੋਈ ਭੁੱਲ ਹੋ ਗਈ ਹੋਵੇ, ਕਿਸੇ ਦੀ ਸ਼ਾਨ ਤੋਂ ਖਿਲਾਫ ਕੋਈ ਲਫ਼ਜ਼ ਨਿਕਲਿਆ ਹੋਵੇ ਜੋ ਕਿਸੇ ਨੂੰ ਚੰਗਾ ਨਹੀਂ ਲੱਗਿਆ, ਸਾਡੀ ਝੋਲੀ ਅੱਡੀ ਹੋਈ ਹੈ, ਆਪ ਜੀ ਨੇ ਖਿਮਾ ਕਰ ਦੇਣੀ ਆ। ਵਿਚਾਰ ਗੁਰੂ ਪੰਥ ਦੇ ਜਾਣ ਕੇ, ਗੁਰਮਤਿ ਦੇ ਜਾਣ ਕੇ ਆਪਣੇ ਹਿਰਦੇ ਵਿੱਚ ਵਸਾਉਣਾ ਹੈ। ਇਸ ਰਹਿਤ ਮਰਿਆਦਾ ਨੂੰ ਵਿਚਾਰਨ ਵਿੱਚ ਮੈਂ ਆਪ ਜੀ ਨੂੰ ਬੇਨਤੀ ਕਰਾਂਗਾ, ਬਹੁਤ ਵੱਡੀ ਹੈਲਪ ਸਾਨੂੰ ਰਹਿਤ ਮਰਿਆਦਾ ਦਰਪਣ ਤੋਂ ਮਿਲੀ ਹੈ, ਜੋ ਕਿ ਸਰਦਾਰ ਗਿਆਨੀ ਗੁਰਬਖਸ਼ ਸਿੰਘ ਗੁਲਸ਼ਨ ਜੀ ਨੇ ਰਹਿਤ ਮਰਿਆਦਾ ਦਰਪਣ ਇੱਕ ਕਿਤਾਬ ਲਿਖੀ ਹੈ ਬਹੁਤ ਵੱਡੀ। ਮੈਂ ਚਾਹਾਂਗਾ ਉਸ ਨੂੰ ਤੁਸੀਂ ਪੜ੍ਹੋ ਤੇ ਰਹਿਤ ਮਰਿਆਦਾ ਫਿਰ ਤੁਹਾਨੂੰ ਸਮਝ ਆਏਗੀ ਕਿ ਕਿੱਡੇ ਕਮਾਲ ਦੀ ਰਹਿਤ ਮਰਿਆਦਾ ਹੈ, ਕੀ ਕੁਝ ਪੰਥ ਨੇ, ਉਹਨਾਂ ਸਿਆਣਿਆਂ ਨੇ ਸਾਡੀ ਝੋਲੀ ਵਿੱਚ ਪਾਇਆ ਹੈਗਾ। ਆਪਣੇ ਜੀਵਨ ਦੇ ਨਿਰਵਾਹ ਨੂੰ ਜਿਹੜਾ ਹੈ ਉਹ ਇੱਕ ਨਿਯਮਬੱਧ ਤਰੀਕੇ ਨਾਲ ਜਦੋਂ ਅਸੀਂ ਤੁਰਦੇ ਹਾਂ ਤਾਂ ਜੀਵਨ ਵਿੱਚ ਸੌਖੇ ਰਹਿੰਦੇ। ਸੋ ਰਹਿਤ ਨੂੰ ਜੀਵਨ ਵਿੱਚ ਜ਼ਰੂਰ ਕਮਾਉਣਾ ਹੈਗਾ। ਇਸ ਦਾ ਧਿਆਨ ਰੱਖਣਾ ਹੈ ਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਇੱਕ ਗੱਲ ਕਹੀ ਹੈ ਕਿ ਰਹਿਤ ਪਿਆਰੀ ਮੁਝ ਕੋ ਸਿੱਖ ਪਿਆਰਾ ਨਾਹੀਂ, ਰਹਿਣੀ ਰਹਿ ਸੋਈ ਸਿੱਖ ਮੇਰਾ ਉਹ ਸਾਹਿਬ ਮੈਂ ਉਸ ਕਾ ਚੇਲਾ। ਸੋ ਗੁਰਸਿੱਖ ਹਮੇਸ਼ਾ ਰਹਿਤ ਵਹਿਤ ਵਿੱਚ ਰਹਿੰਦਾ ਹੋਇਆ ਆਪਣੇ ਗੁਰੂ ਦੀ ਖੁਸ਼ੀ ਹਾਸਲ ਕਰਦਾ ਹੈ, ਆਪਣੇ ਪੰਥ ਦੀ ਖੁਸ਼ੀ ਜਿਹੜਾ ਹਾਸਲ ਕਰਦਾ ਹੈ। ਫਿਰ ਮੈਂ ਇੱਕ ਵਾਰ ਗੁਰੂ ਪੰਥ ਕੋਲੋਂ ਅਤੇ ਗੁਰੂ ਕੀ ਸੰਗਤ ਕੋਲੋਂ ਖਿਮਾ ਮੰਗਦਾ ਹਾਂ ਜੇ ਰਹਿਤ ਮਰਿਆਦਾ ਵਿਚਾਰਨ ਵਿੱਚ ਕੋਈ ਸਾਡੇ ਕੋਲੋਂ ਭੁੱਲ ਹੋ ਗਈ ਹੋਵੇ ਜੀ। ਸੋ ਸਾਰਿਆਂ ਦਾ ਧੰਨਵਾਦ ਹੈ, ਵਿਸ਼ੇਸ਼ ਧੰਨਵਾਦ ਚੜ੍ਹਦੀ ਕਲਾ ਸੇਵਾ ਟਰਸਟ ਦਾ, ਜਿਹੜੇ ਵੀਰ ਗੁਰਮਤਿ ਦੀਆਂ ਵਿਚਾਰਾਂ, ਗੁਰਮਤਿ ਦੇ ਸਵਾਲ ਜਵਾਬ ਕਰਕੇ ਆਪ ਸੰਗਤਾਂ ਤੱਕ ਪਹੁੰਚਾਉਂਦੇ ਹਨ। ਸੋ ਚੜ੍ਹਦੀ ਕਲਾ ਸੇਵਾ ਟਰਸਟ ਵਾਸਤੇ ਅਰਦਾਸ ਵੀ ਹੈ ਕਿ ਮਾਲਕ ਪਾਤਸ਼ਾਹ ਸਾਰਿਆਂ ਨੂੰ ਚੜ੍ਹਦੀ ਕਲਾ ਬਖਸ਼ਿਸ਼ ਕਰਨ ਤੇ ਇਸੇ ਤਰ੍ਹਾਂ ਗੁਰੂ ਪੰਥ ਦੀ, ਗੁਰੂ ਗ੍ਰੰਥ ਦੀ ਸੇਵਾ ਕਰਨ ਦਾ ਬਲ ਉਤਮ ਬਖਸ਼ਿਸ਼ ਕਰਨ ਜੀ। ਫਿਰ ਇੱਕ ਵਾਰ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਸੰਗਤ ਨਾਲ ਇੱਕ ਗੱਲ ਸਾਂਝੀ ਕਰਨਾ ਚਾਹਾਂਗਾ ਕਿ ਅਸੀਂ ਸਭ ਤੋਂ ਪਹਿਲੇ ਧੰਨਵਾਦ ਕਰਾਂਗੇ
ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ, ਜਿਨ੍ਹਾਂ ਦੀ ਓਟ ਆਸਰਾ ਲੈ ਕੇ ਅਸੀਂ ਇਹ ਰਹਿਤ ਮਰਿਆਦਾ ਦਾ ਕੁਐਸਚਨ ਆਨਸਰ ਦੇ ਉੱਤੇ ਵੀਰ ਸੁਖਵਿੰਦਰ ਸਿੰਘ ਜੀ ਨਾਲ ਗੱਲਬਾਤ ਸ਼ੁਰੂ ਕੀਤੀ ਸੀ। ਗੁਰੂ ਸਾਹਿਬ ਦਾ ਬਹੁਤ ਬਹੁਤ ਧੰਨਵਾਦ। ਅਤੇ ਅਸੀਂ ਇਸੇ ਤਰ੍ਹਾਂ ਚੜ੍ਹਦੀ ਕਲਾ ਸੇਵਾ ਟਰਸਟ ਦੇ ਮਾਧਿਅਮ ਦੇ ਨਾਲ ਸੰਗਤ ਜੀ ਨੂੰ ਕਿਸੇ ਨਾ ਕਿਸੇ ਵਿਸ਼ੇ ਤੇ, ਕਿਸੇ ਨਾ ਕਿਸੇ ਪ੍ਰਸਿੱਧ ਵਿਦਵਾਨ ਕੋਲੋਂ ਇਸ ਤਰ੍ਹਾਂ ਦੀ ਕੁਐਸਚਨ ਆਨਸਰ ਨਾਲ ਜਾਂ ਹੋਰ ਚੀਜ਼ਾਂ ਨਾਲ ਸੰਗਤ ਨੂੰ ਅਸੀਂ ਰੂਬਰੂ ਕਰਾਉਂਦੇ ਰਹਾਂਗੇ। ਇਹਨਾਂ ਸ਼ਬਦਾਂ ਨਾਲ ਹੀ ਵੀਰ ਜੀ ਆਪ ਜੀ ਦਾ ਬਹੁਤ 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 ਤਹਿ ਦਿਲ ਤੋਂ ਧੰਨਵਾਦ, ਜੋ ਆਪ ਜੀ ਨੇ ਸਾਡੇ ਨਾਲ 10-15 12-15 ਐਪੀਸੋਡ ਦੇ ਅੰਦਰ ਇਸ ਨੂੰ ਕੰਪਲੀਟ ਕੀਤਾ ਹੈ ਤੇ ਇੱਕ ਇੱਕ ਪੁਆਇੰਟ ਨੂੰ ਬਹੁਤ ਕਲੀਅਰ ਕਰਕੇ ਬੜੇ ਹੀ ਚੰਗੇ ਢੰਗ ਨਾਲ ਸਾਨੂੰ ਅਤੇ ਸੰਗਤ ਨੂੰ ਰੂਬਰੂ ਕਰਾਇਆ ਹੈ। ਆਪ ਜੀ ਦਾ ਫਿਰ ਇੱਕ ਵਿਸ਼ੇਸ਼ ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਵਾਹਿਗੁਰੂ ਜੀ ਕੀ ਫਤਿਹ।